मुख्यमंत्री पंजाब कैप्टन अमरिंदर सिंह न्यूज़ 18 पंजाब ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮਿਹਰਬਾਨੀ। ਕੈਪਟਨ ਅਮਰਿੰਦਰ ਸਿੰਘ, ਕੁਝ ਹੀ ਦਿਨ ਪਹਿਲਾਂ ਤੱਕ ਤੁਸੀਂ ਪੂਰੀ ਕੋਸ਼ਿਸ਼ ਕਰ ਰਹੇ ਸੀਗੇ ਕਿ ਕਿਸੇ ਤਰੀਕੇ ਨਾਲ ਰੇਲ ਯਾਤਰਾ ਹੈਗਾ ਪੰਜਾਬ ਦਾ ਉਹਨੂੰ ਬਹਾਲ ਕੀਤਾ ਜਾਏ। ਕੀ ਤੁਹਾਨੂੰ ਕੋਈ ਵੀ ਅੰਦੇਸ਼ਾ ਸੀਗਾ ਉਸ ਵੇਲੇ ਕਿ ਜਿਸ ਤਰੀਕੇ ਨਾਲ ਪੰਜਾਬੀ ਕਿਸਾਨ ਇਸ ਵੇਲੇ ਹਰਿਆਣਾ ਦੇ ਥਰੂ ਹੁੰਦੇ ਹੋਏ ਦਿੱਲੀ ਪਹੁੰਚੇ ਇਸ ਤਾਦਾਦ ਵਿੱਚ ਕਿਸਾਨ ਇੱਥੋਂ ਜਾਣਗੇ, ਤੁਹਾਨੂੰ ਕੋਈ ਅੰਦੇਸ਼ਾ ਸੀਗਾ ਉਸ ਵੇਲੇ? ਜ਼ਰੂਰ ਸੀ, ਕਿਉਂਕਿ ਉਹਨਾਂ ਨੇ ਆਪ ਕਹਿਤਾ ਸੀ ਜਦੋਂ ਉੱਠੇ ਨੇ। ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ, ਉਹਨਾਂ ਦੀ ਯੂਨੀਅਨਸ ਆਈਆਂ ਸੀ ਕਿ ਆਪਾਂ ਆਪਣਾ ਕਿਉਂ ਨੁਕਸਾਨ ਕਰਾ ਰਹੇ ਹਾਂ, ਪੰਜਾਬ ਦੇ ਇੰਡਸਟਰੀ ਬੰਦ ਹੋ ਰਹੀ ਹੈ, ਖਾਦ ਨਹੀਂ ਆ ਰਹੀ, DAP ਨਹੀਂ ਆ ਰਹੀ, ਯੂਰੀਆ ਨਹੀਂ ਆ ਰਿਹਾ, ਤੁਸੀਂ ਆਪਣਾ ਤਾਂ ਨਾ ਕਰੋ। ਫਿਰ ਉੱਠ ਗਏ ਸੀ ਉੱਥੋਂ ਆਪਣੇ ਔਰ ਕਹਿੰਦੇ ਸੀ ਚੰਗਾ ਜੀ ਚਲਾ ਦਿਓ ਗੱਡੀਆਂ। ਇੱਕ ਤਾਂ ਇਹ ਹੋਇਆ ਸੀ, ਲੇਕਿਨ ਉਦੋਂ ਜਦੋਂ ਇਹਨਾਂ ਦੀ ਆਪਣੀ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ 26 ਜਾਂ 27 ਕੁਛ ਇਹੋ ਜਿਹੇ ਡੇਟ ਦਿੱਤੇ ਸੀ ਕਿ ਅਸੀਂ ਦਿੱਲੀ ਚੱਲਾਂਗੇ। ਔਰ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਸੀ ਅੱਜ ਤੋਂ 10 ਦਿਨ ਪਹਿਲਾਂ ਕਿ ਉਹ ਦਿੱਲੀ ਜਾਣਗੇ। ਔਰ ਫਿਰ ਉਦੋਂ ਤਾਂ ਹੀ ਉਹਨਾਂ ਦਾ ਇਨਵੀਟੇਸ਼ਨ ਆ ਗਿਆ ਸੀ ਕਿ 3 ਦਸੰਬਰ ਨੂੰ ਅਸੀਂ ਤੁਹਾਨੂੰ ਮਿਲਾਂਗੇ। ਤਾਂ ਉਹਨਾਂ ਨੇ, ਜੋ ਮੈਂ ਸੁਣਦਾ ਰਿਹਾ ਟੈਲੀਵਿਜ਼ਨ, ਕਹਿ ਰਹੇ ਨੇ ਕਿ ਅਸੀਂ ਉੱਥੇ ਬੈਠਾਂਗੇ ਔਰ 3 ਤਰੀਕ ਨੂੰ ਅਸੀਂ ਗਵਰਨਮੈਂਟ ਨੂੰ ਮਿਲਾਂਗੇ। ਪਰ ਫਿਰ ਵੀ ਤੁਸੀਂ ਸੋਚਿਆ ਸੀਗਾ ਕਿ ਜਿਸ ਤਾਦਾਦ ਵਿੱਚ ਇੱਥੋਂ ਗਏ ਹੈ ਪੰਜਾਬ ਤੋਂ ਕਿਸਾਨ ਸਾਰੇ, ਕਿ ਇਸ ਤਾਦਾਦ ਵਿੱਚ ਜਾਣਗੇ, ਇਸ ਤਰੀਕੇ ਨਾਲ ਇਹ ਵੀ ਨਜ਼ਰ ਆ ਰਿਹਾ ਹੈ ਕਿ ਵੀ ਅੰਦੋਲਨ ਕਿੰਨਾ ਵੱਡਾ ਹੈ, ਕਿਸ ਤਰੀਕੇ ਨਾਲ ਕਿਸਾਨ ਇੱਥੋਂ ਗਏ। ਤੁਹਾਨੂੰ ਅੰਦੇਸ਼ਾ ਸੀਗਾ ਕਿ ਇੰਨੇ ਜ਼ਿਆਦਾ ਕਿਸਾਨ ਜਾਣਗੇ ਜਾਂ ਇਹ ਸੀਗਾ ਕਿ ਕੁਝ ਜਾਣਗੇ, 1000-2000 ਚੱਲ ਜਾਣਗੇ? ਇਹ ਤਾਂ ਲੱਖਾਂ ਦੀ ਤਾਦਾਦ ਵਿੱਚ ਦਿੱਲੀ ਦੀ ਤਰਫ ਪਹੁੰਚ ਗਏ। ਸਾਡੇ ਕੋਲ ਸਾਡਾ 75% ਪੰਜਾਬ ਕਿਸਾਨੀ ਹੈ ਔਰ ਉਹ ਸਾਰੇ ਆਪਣੇ ਛੋਟੇ ਕਿਸਾਨ ਨੇ। तो जब उन्होंने पेट का सवाल है ना तो सारे उठणगे। किसी को नहीं पता, किनू नहीं पता सी कि नहीं उठणगे। सारे पता सी कि साढ़े जिस तरीके नाल MSP और जिस तरीके नाल बिल लियाए गए ने, साडा बच्चों का कोई भविख नहीं इत्थे। अज मेरे को तकरीबन 40% के करीब होंगे किसान जो एक या 2 या 3 एकड़ के मालिक ने। उन्होंने अद्धो अध अगर हो जान अगली एक पीढ़ी नाल, फिर वो एक या 2 एकड़ रह जाएंगे। कौन फिर उन्होंने अपना परिवार कैसे चलाएंगे? सो नैचुरली उन्होंने जिथे किसी बंदे का अपना पर्सनल निजी सवाल है उन्हें जाना ही सी। और असी एक्सपैक्ट कर रहे थे कि जान गए कि हुण किन्ने लख चले जाए, किन्ने हज़ार चले गए, ये तो कोई भी नहीं प्रेडिक्ट कर सकता। लेकिन ये जिन्ने गए ने, उहदा मतलब यही है कि इन्ना रोस जा गया किसानी दे विच कि किसानी उठ के गई है सारी। अपने फसलां हुण बीजियां जा रही ने, 10 दसंबर तक इत्थे कणक बीजनी है, हाले भी उहनूं छड्ड के चले गए ने सारे दिल्ली उत्ते करन वास्ते, क्योंकि उन्हां दा भविख दा सवाल है। कैप्टन अमरिंदर सिंह, ਜਿਹੜੇ ਵਿਜ਼ੂਅਲਸ ਨਿਊਜ਼ 18 ਪੰਜਾਬ ਤੇ ਵੀ ਚੱਲ ਰਹੇ ਸੀਗੇ ਉਹਦੇ ਵਿੱਚ ਇੱਕ ਚੀਜ਼ ਬੜੇ ਸਾਫ਼ ਤਰੀਕੇ ਨਾਲ ਨਜ਼ਰ ਆ ਰਹੀ ਸੀਗੀ ਕਿ ਇਹ ਇੱਕ ਪਾਸੇ ਪੰਜਾਬ, ਇੱਕ ਪਾਸੇ ਹਰਿਆਣਾ। ਪੰਜਾਬ ਤੋਂ ਬੇਰੋਕ ਟੋਕ ਕਿਸਾਨ ਬਾਰਡਰ ਤੱਕ ਪਹੁੰਚੇ, ਚਾਹੇ ਉਹ ਸ਼ੰਭੂ ਬਾਰਡਰ ਸੀਗਾ, ਚਾਹੇ ਉਹ ਆਪਣਾ ਖਨੌੜੀ ਬਾਰਡਰ ਸੀਗਾ, ਚਾਹੇ ਉਹ ਟੋਹਾਨਾ ਸੀਗਾ, ਪਰ ਉੱਥੇ ਹਰਿਆਣਾ ਦੀ ਪੁਲਿਸ ਪੂਰੀ ਤਿਆਰ ਸੀਗੀ ਉੱਥੇ ਉਹਨਾਂ ਨੂੰ ਰੋਕਣ ਲਈ। ਔਰ ਉਸ ਤੋਂ ਬਾਅਦ ਸਟੇਟਮੈਂਟਸ ਵੀ ਆਉਂਦੀ ਹੈ ਕਿ ਇਹ ਸਾਰੀ ਸੁਨਿਯੋਜਿਤ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਇਹਦੇ ਪਿੱਛੇ ਹੈ, ਇਹ ਪੋਲੀਟੀਕਲੀ ਮੋਟੀਵੇਟਡ ਹੈ। ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਜੋ ਕੁਝ ਹੋਇਆ ਉਹ ਠੀਕ ਹੋਇਆ, ਜਿਸ ਤਰੀਕੇ ਨਾਲ ਉਹਨਾਂ ਨੂੰ ਰੋਕਿਆ ਗਿਆ? ਤੁਹਾਡਾ ਕੀ ਰਿਐਕਸ਼ਨ ਹੈ? ਤੁਸੀਂ ਕਿਸੇ ਕਿਸਾਨ ਨੂੰ ਪੁੱਛ ਲਓ, ਬੈਠੇ ਨੇ ਸਾਰੇ ਉੱਥੇ ਦਿੱਲੀ 'ਚ, ਕਿ ਅਮਰਿੰਦਰ ਸਿੰਘ ਨੇ ਕਿਸੇ ਨੂੰ ਕਿਹਾ? ਪੰਜਾਬ ਗਵਰਨਮੈਂਟ ਤੇ ਕਿਸੇ ਨੇ, ਅਫਸਰ ਨੇ ਕਿਸੇ ਨੂੰ ਕਿਹਾ ਜਾਂ ਕਿਸੇ ਸਾਡੇ ਪਾਰਟੀ ਦੇ ਮੈਂਬਰ ਨੂੰ ਕਿਹਾ? ਹੁਣ ਜਦੋਂ ਤੋਂ ਸਮਝਦਾ ਨਹੀਂ ਕੰਮ, ਫਿਰ ਅਮਰਿੰਦਰ ਸਿੰਘ ਦੇ ਮੋਢੇ ਤੋਂ ਬੰਦੂਕ ਚਲਾ ਲਓ। ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਆਪ ਨਹੀਂ ਸਮਝ ਕੇ ਜਿੱਥੇ ਕਿਸਾਨੀ ਦਾ ਇੱਕ ਸੂਬਾ ਹੈ, 40% ਜੋ 2% ਲੋਕ 40% ਦੇ ਅੰਨ ਦੇ ਭੰਡਾਰ ਨੂੰ ਭਰਦੇ ਨੇ, ਉਹਨਾਂ ਨੂੰ ਰੋਸ ਨਹੀਂ ਲੱਗਣਾ ਸੀ ਉਹਨਾਂ ਦੇ ਵਿੱਚ? तो रस जा गया, रोक उठ के चले गए। जब हरियाणे बॉर्डर पर पहुंचे, उत्थे कई जथेबंदियां ने मन बदल लिया कि नहीं असीं तां हुण दिल्ली जावांगे, इस तो लग रोटी दालां लै गए नाल, अपना आटा लै गए नाल, सब कुछ अपना तैयारी रख करके ही गए ने और उत्थे पहुंच गए हुण। और जदों मैनूं ये नहीं समझ आई, जदों पंजाब ने रोकिया नहीं, जदों दिल्ली ने कहा कि तुसीं उरे आके बह जाओ, फिर ये हरियाणे वाला कौन है खट्टर इन्हां नूं रोकण वाला? विच ਤੁਸੀਂ ਉਹਨਾਂ ਨੂੰ ਸਵੇਰ ਦੇ ਵੇਲੇ ਤੋਂ ਰਾਤ ਤੱਕ ਆਪਣੇ ਵਾਟਰ ਕੈਨਨ ਚਲਾਏ, ਟੀਅਰ ਗੈਸ ਚਲਾਈ, ਤੁਸੀਂ ਕਿਤੇ ਡਾਂਗਾ ਮਾਰੀਆਂ ਉਹਨਾਂ ਨੂੰ। ਇਹ ਕੀ ਤਰੀਕਾ ਚਲਾਉਣ ਦਾ ਕੰਮ? ਇਹ ਕੋਈ ਤਰੀਕਾ ਚਲਾਉਣ ਦਾ? ਆਉਣ ਵਾਲਾ ਜਿਹੜਾ ਸਟੇਟ ਹੈ ਕਹਿੰਦਾ ਕਿ ਤੁਸੀਂ ਉਰੇ ਆ ਜਾਓ, ਦਿੱਲੀ ਵਾਲੇ ਇੰਡੀਆ ਨੇ ਕਿਹਾ ਤੁਸੀਂ ਆ ਜਾਓ, ਪੰਜਾਬ ਕਹਿੰਦਾ ਤੁਸੀਂ ਚਲੇ ਜਾਓ, ਆ ਵਿੱਚ ਵਿਚਾਲੇ ਆਪਣੀ ਟੰਗ ਕਿਉਂ ਫਸਾਈ ਬੈਠਾ ਹੈ? ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਹਿੰਦੇ ਨੇ ਕਿ ਉਹਨਾਂ ਨੇ 2-3 ਵਾਰ ਕੋਸ਼ਿਸ਼ ਕੀਤੀ ਤੁਹਾਡੇ ਨਾਲ ਰਾਬਤਾ ਬਣਾਉਣ ਦੀ, ਤੁਹਾਡੇ ਨਾਲ ਗੱਲਬਾਤ ਕਰਨ ਦੀ, ਪਰ ਉਹ ਗੱਲਬਾਤ ਨਹੀਂ ਕਰ ਪਾਏ। ਨਾਲੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ ਇੱਕੋ ਹੀ ਜ਼ਰੀਆ ਇਸ ਸਾਰੇ ਮਸਲੇ ਦਾ ਹੱਲ ਲੱਭਣ ਲਈ, ਔਰ ਉਹ ਹੈ ਕਿ ਗੱਲਬਾਤ ਹੋਣੀ ਚਾਹੀਦੀ ਹੈ ਕੇਂਦਰ ਸਰਕਾਰ ਨਾਲ। ਤਾਂ ਪਰ ਹੁਣ ਉਸ ਤੋਂ ਬਾਅਦ ਟਵਿੱਟਰ ਤੇ ਵੀ ਤੁਸੀਂ ਕੁਝ ਕਿਹਾ, ਉਹਨਾਂ ਨੇ ਕੁਝ ਕਿਹਾ। ਹੁਣ ਗੱਲ ਇੱਧਰ ਤੱਕ ਆ ਗਈ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਬਿਲਕੁਲ ਹੁਣ ਮਨੋਹਰ ਲਾਲ ਖੱਟਰ ਜਿਹੜੇ ਮੁੱਖ ਮੰਤਰੀ ਹਰਿਆਣਾ ਦੇ, ਉਹਨਾਂ ਦੇ ਨਾਲ ਗੱਲ ਨਹੀਂ ਕਰੋਗੇ। ਇਹ ਗੁੱਸਾ ਕਿਉਂ ਕੈਪਟਨ ਸਾਹਿਬ? ਮੈਂ ਕਹਿੰਦਾ ਤੁਹਾਨੂੰ ਕਿਉਂ ਗੁੱਸਾ?
ਇਹ ਪਹਿਲਾ ਝੂਠ ਬੋਲਿਆ ਕਿ ਮੇਰੇ ਨਾਲ 3 ਵਾਰ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਵਾਰ ਵੀ ਮੈਨੂੰ ਕੋਈ ਸੁਨੇਹਾ ਨਹੀਂ ਆਇਆ। ਨੰਬਰ 1, ਜਦੋਂ ਮੈਨੂੰ ਹੋਮ ਮਿਨਿਸਟਰ ਦਾ ਮੈਸੇਜ ਆ ਸਕਦਾ ਸੀ ਔਰ ਮੈਂ ਉਹਨਾਂ ਨੂੰ ਦੁਬਾਰਾ ਇੱਧਰੋਂ ਟੈਲੀਫੋਨ ਕਰਕੇ ਗੱਲ ਕੀਤੀ ਤਾਂ ਉੱਥੇ ਕੀਤੀ, ਪ੍ਰਾਈਮ ਮਿਨਿਸਟਰ ਨਾਲ ਮੈਂ ਗੱਲ ਕੀਤੀ, ਤਾਂ ਮੈਨੂੰ ਕੀ ਤਕਲੀਫ ਸੀ, ਮੈਂ ਖੱਟਰ ਨਾਲ ਵੀ ਗੱਲ ਕਰ ਲੈਂਦਾ। ਲੇਕਿਨ ਜਦੋਂ ਬੋਲਿਆ ਹੀ ਨਹੀਂ ਔਰ ਕਦੇ ਕਿਹਾ ਹੀ ਨਹੀਂ ਔਰ ਫਿਰ ਇਹ ਗੱਲ ਕਹਿੰਦਾ ਕਿ ਅਮਰਿੰਦਰ ਸਿੰਘ ਕਰਾ ਰਿਹਾ, ਅਮਰਿੰਦਰ ਸਿੰਘ ਦੇ 2 ਬੰਦੇ ਆਪਣੇ ਸੈਕਟਰੀਏਟ ਦੇ ਛੱਡੇ ਹੋਏ ਨੇ ਉੱਥੇ, ਸੈਕਟਰੀਏਟ ਵਾਲਿਆਂ ਨੂੰ ਮੈਂ ਛੱਡੂਗਾ ਉੱਥੇ ਆਈਡੀ ਕਾਰਡ ਸੇ ਜੀ ਪੰਜਾਬ ਸਰਕਾਰ ਦੇ। ਇਹ ਪਤਾ ਨਹੀਂ ਕਿਧਰ ਖੱਟਰ ਦੀ ਸੋਚ ਹੈ, कैसे किस्म की गलत गल है कि अमरिंदर सिंह ये मगर है, अमरिंदर सिंह ने मेरा अंदोलन करा रहा, मैं सारा कुछ चला रहा और सारा पंजाब मेरे हाथ है, फिर तुम सारा वास्ते छुट्टी करके चले जाओ, असं आप ही सामभ लांगे पंजाब को। क्या मखौल बना रखी है, तुम झूठ बोलते रहने हो उनसे। तो हुण जब तां ही मैं कहा कि मैं इस खट्टर नूं हुण अपने आप नूं अपना सूबा सांभिया नहीं जाता, हुण मेरे मोढे तो बंदूक चलाउणी है, हुण मैं इहदे नाल गल ही नहीं करनी इस बंदे नाल। हरियाणा के मुख्यमंत्री मनोहर लाल खट्टर ने यह भी कहा है कि एक भी हरियाणा का किसान जिहड़ा हैगा इस मुहिम दे नाल नहीं जुड़िया, एक भी किसान जिहड़ा है हरियाणा तो वो दिल्ली तो नहीं गया। तुहाडा इस बारे की कहना है? आलो वो ये कहते कि मूवमेंट सिर्फ पंजाब दी है। मैनू हुणे मैनू कागज आया कि 40,000 तो लैके 50,000 बंदा हरियाणे का इहदे विच है शामिल, और ये उहदा बंदा है कोई गुरनाम चडौनी इहदी अगवाई कर रहे हैं। This is what I have received. कैप्टन साहब ਤੁਹਾਨੂੰ ਕੀ ਲੱਗਦਾ ਕਿ ਵਾਕਈ ਇਹ ਮੂਵਮੈਂਟ ਸਿਰਫ ਪੰਜਾਬ ਦੀ ਮੂਵਮੈਂਟ ਹੈ ਜਾਂ ਉਸ ਤੋਂ ਵੱਡੀ ਮੂਵਮੈਂਟ ਇਸ ਵੇਲੇ ਬਣੀ ਹੋਈ ਹੈ? ਇਹ ਫਿਰ ਹਰਿਆਣੇ ਵਾਲੇ ਕਿੱਥੇ ਪੰਜਾਬ ਦੇ ਨੇ, ਹਰਿਆਣੇ ਦੇ ਨੇ 40-50 ਹਜ਼ਾਰ। ਇਹ ਉੱਥੋਂ ਹਰਿਆਣੇ ਤੋਂ ਗਏ ਨੇ। ਜਿਹੜਾ ਇਹ ਕਹੀ ਜਾਂਦਾ ਕਿ ਕੋਈ ਮੇਰਾ ਕਿਸਾਨ ਨਹੀਂ ਗਿਆ, ਤੈਨੂੰ ਆਪਣਾ ਸਟੇਟ ਦਾ ਤਾਂ ਪਤਾ ਨਹੀਂ ਕੁਝ, ਔਰ ਤੂੰ ਬੋਲੀ ਜਾਂਦਾ ਫਜ਼ੂਲ ਦੀਆਂ ਗੱਲਾਂ, ਔਰ ਮੇਰੇ ਤੇ ਲਾਈ ਜਾਂਦਾ ਕਿ ਮੈਂ ਅਮਰਿੰਦਰ ਸਿੰਘ ਕਰਾ ਰਿਹਾ ਸਭ ਕੁਝ। ਬੜਾ ਅਜੀਬ ਗੱਲ ਹੈ। ਮੈਂ ਤੇਰੇ ਹਰਿਆਣੇ 'ਚ ਮੈਂ ਕਰਾ ਰਿਹਾ, ਦੱਸ ਮੈਂ 40,000 50,000 ਬੰਦੇ ਮੈਂ ਉਠਾਏ ਨੇ ਤੇਰੇ ਹਰਿਆਣੇ 'ਚ ਕਿ ਤੁਸੀਂ ਜਾ ਕੇ ਉੱਥੇ ਸ਼ਾਮਲ ਹੋ, ਜਦ ਤੈਨੂੰ ਆਪਣਾ ਪਤਾ ਹੀ ਨਹੀਂ ਕਿ ਤੇਰੇ ਸਟੇਟ ਦੇ ਵਿੱਚ ਕੀ ਹੋ ਰਿਹਾ ਤੇ ਕੀ ਬੋਲੀ ਜਾਂਦੇ ਫਾਲਤੂ ਦੀ ਗੱਲਾਂ। कैप्टन साहब बीजेपी की तरफ तो सिर्फ एक ही स्टेटमेंट आ रही है कि सारा मुद्दा की है, मुद्दा MSP का है। MSP असी एश्योरेंस देती कि MSP सीगी, MSP हैगी है, MSP रहेगी, तो फिर ये सारा मुद्दा क्यों, किसान क्यों इन्ने नाराज़ होए हुए कि सानू एक एश्योरेंस गारंटीड चाहिए। वो ये कहते कि जब तक असी हैगे ये मिलेगी, ओपोजिशन दूजे पासे कह रही है कि असी भी एश्योर करेंगे, तो ये प्रॉब्लम कित्थे आ रही है कि ये कानूनी तौर पर सानू आश्वासन दिता जाए कि MSP सानू मिलती रहेगी, जबकि बीजेपी कह रही है, नरेंद्र तोमर खुद कह रहे हैं कि ये मिलती रहेगी। ਬਈ ਜਦੋਂ ਤਾਈਂ ਉਹ ਨਹੀਂ ਮਿਲਦੀ ਰਹੂਗੀ ਨਾ, ਕਿਉਂਕਿ ਕਮਿਟਮੈਂਟ ਉਹਨਾਂ ਦੀ ਹੈ ਐਜ਼ ਅ ਪਾਰਟੀ, ਐਜ਼ ਅ ਗਵਰਨਮੈਂਟ। ਮਿਸਟਰ ਤੋਮਰ ਤਾਂ ਉਦੋਂ ਤਾਈਂ ਹੋਣਗੇ ਜਦ ਤਾਈਂ ਉਹ ਐਗਰੀਕਲਚਰ ਮਿਨਿਸਟਰ ਔਰ ਉਹਨਾਂ ਦੀ ਗਵਰਨਮੈਂਟ ਹੋਏਗੀ। ਅਗਰ ਗਵਰਨਮੈਂਟ ਬਦਲ ਜਾਏ ਫਿਰ ਕਾਂਗਰਸ ਗਵਰਨਮੈਂਟ ਨਹੀਂ ਆਉਂਦੀ, ਬੀਜੇਪੀ ਦੀ ਗਵਰਨਮੈਂਟ ਨਹੀਂ ਆਉਂਦੀ, ਫਿਰ ਆਊਗੀ ਕੌਣ? ਕੋਈ ਹੋਰ ਪਾਰਟੀ ਦੀ ਗਵਰਨਮੈਂਟ ਆਊ। ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿਉਂਕਿ ਕਾਂਗਰਸ ਪਾਰਟੀ ਨੇ ਤਾਂ ਕਮਿਟਮੈਂਟ ਕੀਤੀ ਹੈ ਕਿ ਅਸੀਂ ਤਾਂ ਇਹ ਬਿਲਕੁਲ ਉੱਥੇ ਰੱਖਾਂਗੇ। ਜਿਹੜੀ ਨਵੀਂ ਗਵਰਨਮੈਂਟ ਆਊਗੀ ਉਹ ਨਾ ਕਰੇ ਫਿਰ किसान का ही नुकसान है ना। तो थोनू की तकलीफ है कि तुसी नैशनल जो फूड सिक्योरिटी एक्ट है या किसी एक्ट नूं तुसी बदल के उहदे विच पा दिओ कि इट इज़ अ स्टेट गारंटी, इट्स अ नैशनल गारंटी कि ये चलती रहेगी। इट इज़ नॉट आर कमिटमेंट, इट इज़ अ कमिटमेंट ऑफ द कॉन्स्टिट्यूशन। तुसी एक मिनट तुसी उहदे पा दो, उहदे पाउण दा की तकलीफ है, मैनूं तां ये नहीं समझ आउंदी। और यही किसान चाहुंदे ने कि असी गारंटी लेना चाहते हैं कि MSP सदा वास्ते रहेगी, नंबर 1। नंबर 2 कि साडा मंडी सिस्टम ना तोड़ो तुसी, साडा आड़तीआ और साडा जिहड़ा रिश्ता है उहनूं ना तुसी तोड़ो, उहनूं चलन दिओ। आही तां होर मंगदे, होर की मंगदे ने बेचारे किसान, क्योंकि इन्हां दा रिश्ता है। अज किसान अगर तुसी किसान हो, तुहानूं रात थोड़े 1 एकड़ की जमीन है, तुहानूं रात नूं थोड़ी बेटी बीमार हो जाती है, तुसी अपने आड़तीए कोल कित्थों लिआओगे पैसे? तुहाडे कोल है नहीं घर 'च। तुसी जाओगे आड़ती को उन्होंने खटखटाओगे और उन्होंने कहोगे भाई मेरी बेटी बीमार, मैं हस्पताल जाना है, उन्हें 2,000 3,000 जितना चाहिए दे दिंदा है। हुण कैसे करोगे? इफ इट इज़ प्योरली कॉरपोरेट हाउसेज किहदे कोल जाणगे लैण नूं इस काम? कोई नहीं कह रहा कि कोई होर बाहरला ना खरीदे। अज ITC आलू खरीद रही है, पैप्सी कोला का इत्थे प्लांट है, फूड प्लांट, वो खरीद रहे हैं। साडे जिहड़े किनो ने जा रहे मद्रास कोई खरीद के ले जा रहे हैं, कोई नहीं कह रहे बाहर ने ना खरीदो, लेकिन जिहड़ा 100 साल तो सिस्टम आड़ती और किसान का चल रहा है, इहनूं क्यों तोड़ रहे हो? बीजेपी ने एक स्टेटमेंट जारी की, उन्होंने ये कहा कि भी कांग्रेस भी सुधार लाना चाहती सी, पर असी भी सुधार लैकर आए हैं, साडे विच दम सीगा कि असी सुधार ला सकीए, तां करके असी ये जिहड़े कानून है पास किए है। कांग्रेस भी चाहती सी पर वो नहीं कर पाए। ये बीजेपी की स्टेटमेंट है। नाले वो ये कहते हैं कि आज़ादी के बाद जो नियम कायदे बने उनमें किसानों को बिचौलियों के हाथ में छोड़ दिया गया था। कृषि सुधार कानूनों से सच्चे अर्थ में किसानों को वर्षों के अन्याय से मुक्ति मिली है, ये बीजेपी का कहना है।
ਪਰ ਫਿਰ ਵੀ ਕਿਸਾਨ ਹੈਗੇ ਉਹ ਬਿਲਕੁਲ ਅੜੇ ਹੋਏ ਆ ਕਿ ਜੋ ਹੋਇਆ ਉਹ ਗਲਤ ਹੋਇਆ। ਤੁਹਾਨੂੰ ਕੀ ਨਜ਼ਰ ਆ ਰਿਹਾ ਕਿ ਕਿੱਥੇ ਗਲਤੀ ਹੈ, ਕਿਹੜੀ ਚੀਜ਼ ਹੋਣੀ ਚਾਹੀਦੀ, ਕਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਇੱਥੇ? ਉਹ ਕੁਛ ਚੀਜ਼ ਵੀ ਨਹੀਂ ਹੋਣੀ ਚਾਹੀਦੀ। ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਕਨਫਿਊਜ਼ ਕਰ ਰਹੇ ਨੇ ਇਸ਼ੂ ਨੂੰ। ਔਰ ਜਿਹੜੇ ਸਾਡੇ ਕਿਸਾਨ ਕਹਿ ਰਹੇ ਨੇ ਕਿ ਮੰਡੀ ਸਿਸਟਮ ਸਾਡਾ ਰੱਖੋ, ਸਾਡੇ ਆੜਤੀਆ ਸਿਸਟਮ ਰੱਖੋ, ਸਾਡੀ ਖਰੀਦ ਮੰਡੀਆਂ ਦੇ ਵਿੱਚ ਹੋਏ। ਹੁਣ ਇਹ ਇਸ ਲਈ ਕਹਿ ਰਹੇ ਨੇ ਕਿ ਇਟ ਇਜ਼ ਨਾਟ ਪੋਸੀਬਲ ਕਿ ਕਾਰਪੋਰੇਟ ਹਾਊਸਿਸ ਦੇ ਕੋਲ ਰਾਤ ਨੂੰ ਜਾ ਕੇ ਜਗਾ ਕੇ ਤੁਸੀਂ 2000 ਰੁਪਏ ਮੰਗ ਸਕਦੇ ਹੋ ਕਿ ਮੇਰੀ ਬੇਟੀ ਬਿਮਾਰ ਹੈ। ਕਿੱਥੇ ਜਾਓਗੇ? ਬੰਬਈ ਜਾਓਗੇ, ਕਲਕੱਤਾ, ਵੀ ਆਰ ਦਿੱਲੀ ਦੇ ਵਿੱਚ। ਇਹਨੂੰ ਤਾਂ ਸਿਸਟਮ ਜਿਹੜਾ ਚੱਲ ਰਿਹਾ ਉਹਨੂੰ ਕਿਉਂ ਖਰਾਬ ਕਰ ਰਹੇ ਹੋ? ਉਹਨੂੰ ਚੱਲਣ ਦਿਓ ਔਰ ਆਪਣਾ ਨਵਾਂ ਸਿਸਟਮ ਵੀ ਨਾਲ ਚਲਾ ਦਿਓ, ਦੋਨੋਂ ਚੱਲਦੇ ਰਹਿਣ। ਅੱਜ ਚੱਲ ਰਹੇ ਨੇ, ਅੱਜ ਪੈਪਸੀ ਵਾਲੇ ਕਿੱਥੋਂ ਖਰੀਦ ਰਹੇ ਨੇ ਆਲੂ? ਸਾਰਾ ਪੰਜਾਬ ਤੋਂ। ਅੱਜ ਜਿਹੜੇ ITC ਵਾਲੇ ਖਰੀਦ ਰਹੇ ਨੇ ਮੋਗੇ ਦੇ ਵਿੱਚ, ਕਿੱਥੋਂ ਖਰੀਦ ਰਹੇ ਨੇ? ਇੱਥੋਂ ਪੰਜਾਬ ਤੋਂ। ਦੁੱਧ ਫੈਕਟਰੀਆਂ ਸਾਰੀਆਂ ਬਾਹਰ ਦੀਆਂ ਲੱਗੀਆਂ ਹੋਈਆਂ ਨੇ ਉਰੇ। ਸਾਡਾ ਕੀਨੋ ਬਾਹਰ ਜਾ ਰਿਹਾ ਹੈ, ਕੋਈ ਤਾਂ ਨਹੀਂ ਰੋਕ ਰਿਹਾ ਉਹਨਾਂ ਨੂੰ। ਲੇਕਿਨ ਆੜਤੀਆ ਸਿਸਟਮ ਚੱਲ ਰਿਹਾ। ਇਹ ਤਾਂ ਚਾਹੁੰਦੇ ਨੇ ਕਿ MSP ਦੀ ਗਾਰੰਟੀ ਔਰ ਮੰਡੀਆਂ ਚੱਲਦੀਆਂ ਰਹਿਣ। ਇਹ ਦੋ ਚੀਜ਼ਾਂ ਕਿਆ ਨੁਕਸ ਹੈ ਇਹਦੇ? ਮੈਨੂੰ ਸਮਝ ਨਹੀਂ ਆਉਂਦੀ। ਵਾਈ ਆਰ ਯੂ ਮੇਕਿੰਗ ਇਟ ਅ ਪ੍ਰੈਸਟੀਜ ਇਸ਼ੂ? ਕੋਈ ਲੋੜ ਨਹੀਂ ਹੈ ਪ੍ਰੈਸਟੀਜ ਇਸ਼ੂ ਬਣਾਉਣ ਦੀ। ਕੈਪਟਨ ਅਮਰਿੰਦਰ ਸਿੰਘ, ਤੁਸੀਂ ਇਸ ਤੋਂ ਪਹਿਲਾਂ ਵੀ ਬਹੁਤ ਕਿਸਾਨੀ ਮੁਹਿੰਮਾਂ ਦੇਖੀਆਂ, ਪਰ ਇਸ ਤਰੀਕੇ ਦੀ ਮੁਹਿੰਮ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਇਹ ਪਹਿਲਾਂ ਵੀ ਤੁਸੀਂ ਦੇਖੀ ਹੋਈ ਹੈ ਜਾਂ ਤੁਹਾਨੂੰ ਕੁਝ ਜ਼ਿਆਦਾ ਨਜ਼ਰ ਆ ਰਿਹਾ ਇਸ ਵਾਰ? ਜਿਸ ਤਰੀਕੇ ਨਾਲ ਅਸੀਂ ਕਿਸਾਨਾਂ ਨੂੰ ਦੇਖਿਆ, ਬੈਰੀਅਰਸ ਉਹਨਾਂ ਨੇ ਤੋੜੇ, ਵਾਟਰ ਕੈਨਨਸ ਚੱਲੀਆਂ, ਸੜਕਾਂ ਖੁਦੀਆਂ ਹੋਈਆਂ ਸੀਗੀਆਂ, ਉਹ ਉਹਨਾਂ ਨੇ ਭਰਤੀਆਂ ਔਰ ਉਹ ਦਿੱਲੀ ਪਹੁੰਚ ਗਏ ਜਿਸ ਤਰੀਕੇ ਨਾਲ ਕਿਸਾਨ ਪਹੁੰਚੇ। ਤੁਹਾਨੂੰ ਇਸ ਮੁਹਿੰਮ ਵਿੱਚ ਕੁਝ ਚੀਜ਼ ਅਲੱਗ ਨਜ਼ਰ ਆ ਰਹੀ ਹੈ? ਚਾਹੀਦੀਆਂ ਦੋ ਚੀਜ਼ਾਂ ਨੂੰ। ਪਹਿਲੀ ਗੱਲ ਤਾਂ ਧਾਰਮਿਕ ਮਸਲਿਆਂ ਦੇ ਵਿੱਚ ਕਦੇ ਕਦਮ ਨਹੀਂ ਉਠਾਉਣਾ ਚਾਹੀਦਾ। ਔਰ ਦੂਸਰਾ, ਕਿਸੇ ਦੇ ਪੇਟ ਤੇ ਤੁਸੀਂ ਲੱਤ ਨਾ ਮਾਰੋ। ਤੁਸੀਂ ਕਿਸਾਨੀ ਦੇ ਪੇਟ ਤੇ ਲੱਤ ਮਾਰੀ ਹੈ। ਦਿਸ ਇਜ਼ ਵਾਟ ਇਜ਼ ਹੈਪਨਡ ਐਂਡ ਦੇਅਰਫੋਰ ਤੁਸੀਂ ਪਹਿਲਾਂ ਇਹਨੂੰ ਸੁਧਾਰ ਲਿਆਓ। ਇੱਥੇ ਤੁਸੀਂ ਪੇਟ ਤੇ ਜਿਹੜਾ ਇਹਨਾਂ ਦੀ ਲੱਤ ਮਾਰੀ ਉਹਨੂੰ ਠੀਕ ਕਰੋ। ਔਰ ਕੋਈ ਕਿਸਾਨ ਝਗੜੇ 'ਚ ਨਹੀਂ ਪੈਣਾ ਚਾਹੁੰਦਾ, ਕੋਈ ਲੜਾਈ 'ਚ ਨਹੀਂ ਪੈਣਾ ਚਾਹੁੰਦੇ। ਗਰੀਬ ਨੇ ਆਪਣੀ ਖੇਤੀ ਦੇਖਣਾ ਚਾਹੁੰਦੇ ਨੇ। ਬਿਜਾਈ ਹੋ ਰਹੀ ਹੈ, ਮੈਂ ਤੁਹਾਨੂੰ ਦੱਸ ਰਿਹਾ ਇਸ ਵੇਲੇ, ਔਰ ਇਹ ਚੱਲਣੀ ਹੈ। ਉਹਨੇ ਬਿਜਾਈ ਛੱਡ ਕੇ ਆਏ ਨੇ, ਆਪਣੀ ਬਿਜਾਈ ਕਰਨੀ ਹੈ ਔਰ ਆਪਣਾ ਕੰਮ ਉਹਨਾਂ ਨੇ ਕਰਨਾ ਹੈ ਆਪਣੇ ਘਰਾਂ 'ਚ। ਕੌਣ ਕਰਨ ਲੜਾਈ ਲੈਣਾ ਚਾਹੁੰਦਾ? ਕੋਈ ਵੀ ਨਹੀਂ ਲੈਣਾ ਚਾਹੁੰਦਾ ਲੜਾਈ। ਅਗਰ ਕਿਸੇ ਨੇ ਕੋਈ ਟੈਲੀਵਿਜ਼ਨਾਂ ਦੇ ਵਿੱਚ ਕੋਈ ਗੱਲਾਂ ਕਰਤੀਆਂ ਕੋਈ ਹੋਰ ਖਾਲਿਸਤਾਨ ਦੀ ਜਾਂ ਕਿਸੇ ਹੋਰ ਚੀਜ਼, ਇਹ ਤਾਂ ਜਜ਼ਬਾ ਹੈ, ਇਹ ਤਾਂ ਗੁੱਸਾ ਹੈ ਜਿਹੜਾ ਉਹਨਾਂ ਦੇ ਵਿੱਚੋਂ ਉੱਭਰ ਰਿਹਾ। ਕੋਈ ਦੇਸ਼ ਨੂੰ ਛੱਡੋ, ਆਪਣੇ ਸੂਬੇ ਨੂੰ ਛੱਡਣਾ ਨਹੀਂ ਚਾਹੁੰਦਾ ਔਰ ਜੋ ਆਪਣੇ ਦੇਸ਼ ਨੂੰ ਛੱਡਣਾ ਨਹੀਂ ਚਾਹੁੰਦਾ। ਹੁਣ ਨਰਿੰਦਰ ਤੋਮਰ ਇਹ ਕਹਿੰਦੇ ਕਿ 3 ਤਰੀਕ ਨੂੰ ਮੀਟਿੰਗ ਹੋਈ। ਹੋ ਸਕਦਾ ਕਿ ਮੀਟਿੰਗ ਅਸੀਂ ਜਲਦੀ ਵੀ ਕਰ ਲਈਏ। ਉਹਨਾਂ ਨੇ ਕਿਹਾ ਕਿ ਅਸੀਂ ਰੂਲ ਆਊਟ ਨਹੀਂ ਕਰਦੇ, ਪਰ ਤੁਹਾਨੂੰ ਇਸ ਗੁੱਥੀ ਨੂੰ ਸੁਲਝਾਉਣ ਦਾ ਕੀ ਤਰੀਕਾ ਨਜ਼ਰ ਆ ਰਿਹਾ ਤੁਹਾਡੇ ਹਿਸਾਬ ਨਾਲ? ਕਿਸ ਤਰੀਕੇ ਨਾਲ ਇਸ ਗੁੱਥੀ ਨੂੰ? ਦੇਖੋ, ਇਹ ਤਾਂ ਹੁਣ ਜਿਹੜੀ ਸਾਡੇ ਯੂਨੀਅਨਸ ਦੇ ਹੈਡਸ ਨੇ ਉਹਨਾਂ ਦੇ ਨਾਲ ਤੁਹਾਨੂੰ ਗੱਲਬਾਤ ਕਰਨੀ ਪਊ। ਅਗਰ ਗਵਰਨਮੈਂਟ ਆਫ ਇੰਡੀਆ ਚਾਹੁੰਦੀ ਹੈ, ਅਸੀਂ ਵੀ ਆਈ ਐਮ ਵਿਲਿੰਗ ਟੂ ਗੋ, ਬਿਕੋਜ਼ ਮੈਂ ਤਾਂ ਚਾਹੁੰਦਾ ਕਿ ਸ਼ਾਂਤੀ ਆਵੇ। ਮੇਰਾ ਸਟੇਟ ਡਿਸਟਰਬਡ ਹੈ। ਮੇਰਾ ਸਟੇਟਮੈਂਟ ਮੈਂ ਚਾਹੁੰਦਾ ਕਿ ਮੇਰਾ ਠੀਕ ਚੱਲੇ, ਮੇਰੀ ਖੇਤੀ ਅੱਛੀ ਹੋਏ, ਮੇਰੀ ਫੈਕਟਰੀਆਂ ਚੱਲਣ, ਮੇਰਾ ਸਭ ਕੁਝ ਚੱਲੇ ਤਾਂ ਕਿ ਸਾਡੀ ਆਮਦਨ, ਸਾਡੀ ਆਰਥਿਕਤਾ ਸਾਡੀ ਮਜ਼ਬੂਤ ਹੋਏ, ਜਿਹੜੀ ਕਮਜ਼ੋਰ ਹੋਈ ਹੈ। ਮਾਰਚ 22 ਤੋਂ ਕੋਵਿਡ ਤੋਂ ਲੈ ਕੇ ਅੱਜ ਤੱਕ ਸਾਡਾ ਹਾਲ ਬੜਾ ਮਾੜਾ ਰਿਹਾ। ਵੀ ਵਾਂਟਡ ਟੂ ਗੋ ਅਪ ਤੇ ਇਸੇ ਵਾਸਤੇ ਅਗਰ ਉਹ ਬੁਲਾਉਣ ਸਾਨੂੰ, ਅਸੀਂ ਮੀਟਿੰਗ 'ਚ ਸ਼ਾਮਲ ਹੋਣ ਨੂੰ ਤਿਆਰ ਹੈ ਔਰ ਉਹਨਾਂ ਨਾਲ ਬਹਿ ਕੇ ਗੱਲਬਾਤ ਕਰਨ ਨੂੰ ਤਿਆਰ ਹੈ ਔਰ ਆਪਣੀ ਕਿਸਾਨੀ ਨੂੰ ਦੀ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਸਾਹਮਣੇ ਰੱਖਣ ਨੂੰ ਤਿਆਰ ਹੈ। ਕੋਈ ਹੱਲ ਤਾਂ ਕੱਢਣਾ ਪਊਗਾ ਇਹਨਾਂ ਨੂੰ। ਹੁਣੇ ਤੁਸੀਂ ਇਹ ਗੱਲ ਕਹੀ, ਤੁਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਕਿ ਜੇ ਲੋੜ ਪਈ ਤਾਂ ਤੁਸੀਂ ਮੀਡੀਏਟ ਕਰਨ ਲਈ ਤਿਆਰ ਹੋ ਕਿ ਕਿਸੇ ਤਰੀਕੇ ਨਾਲ ਇਸ ਗੁੱਥੀ ਨੂੰ ਸੁਲਝਾਇਆ ਜਾਏ? ਆਈ ਵਿਲ ਮੀਡੀਏਟ। ਤਾਂ ਇਹ ਸਾਡੇ 31 ਸਾਡੇ ਯੂਨੀਅਨਸ ਨੇ, ਉਹਨਾਂ ਨੂੰ ਬਹਿ ਕੇ ਉਹਨਾਂ ਦੀ ਜਿਹੜੀ ਆਵਾਜ਼ ਬਣਦੀ ਹੈ, ਜਦੋਂ ਉਹ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਨਗੇ, ਮੈਂ ਉਹਦੇ ਨਾਲ ਬਹਿ ਕੇ ਸਮ ਹਾਊ ਦੀ ਅਦਰ ਵੀ ਕੈਨ ਵਰਕ ਟੂਗੇਦਰ, ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਬਟ ਮੈਂ ਮੀਡੀਏਟ ਕੈਸੇ ਕਰਾਂ? ਇਹ ਤਾਂ ਯੂਨੀਅਨਸ ਦਾ ਆਪਣਾ ਝਗੜਾ ਹੈ। ਯੂਨੀਅਨਸ ਦਾ ਆਪਣਾ ਪ੍ਰੋਗਰਾਮ ਬਣਾਇਆ ਹੋਇਆ। ਦੇ ਹੈਵ ਟੂ ਡਿਸਾਈਡ ਦੈਮਸੈਲਵਸ ਐਂਡ ਮੈਂ ਉਹਦੇ ਵਿੱਚ ਅਸੀਂ ਯੂਨੀਅਨਸ ਦੇ ਵੀ ਆਪਣੀਆਂ ਗੱਲਾਂ ਨੇ, ਪਰ ਕੁਝ ਕਾਮਨ ਮਿਨੀਮਮ ਪ੍ਰੋਗਰਾਮ ਹੈ ਨਾ, ਔਰ ਉਹ ਕਾਮਨ ਮਿਨੀਮਮ ਪ੍ਰੋਗਰਾਮ ਹੈ ਜਿਹੜਾ ਮੈਂ ਕਿ ਆੜਤੀਆ ਕੰਮ MSP ਵਗੈਰਾ ਇਹ ਜਿਹੜਾ ਕੁਛ ਬੜੀ ਛੇਤੀ ਨਾਲ ਜੇ ਤੁਸੀਂ ਕਹਿਣਾ ਚਾਹੋ ਕੈਪਟਨ ਸਾਹਿਬ ਕਿ ਤੁਹਾਨੂੰ ਕੀ ਭਵਿੱਖ ਨਜ਼ਰ ਆ ਰਿਹਾ ਪੰਜਾਬ ਦੀ ਖੇਤੀ ਦਾ? ਕਿਸ ਤਰੀਕੇ ਨਾਲ ਤੁਸੀਂ ਅੱਗੇ ਸਾਲਾਂ ਵਿੱਚ ਦੇਖਦੇ ਹੋ ਕਿ ਖੇਤੀ ਪੰਜਾਬ ਦੀ ਅੱਗੇ ਜਾਏਗੀ? ਬਾਰ-ਬਾਰ ਗੱਲ ਹੁੰਦੀ ਹੈ ਕਿ ਖੇਤੀ ਵਿੱਚ ਸੁਧਾਰ ਹੋਣਾ ਚਾਹੀਦਾ। ਕਿਸ ਤਰੀਕੇ ਦਾ ਸੁਧਾਰ ਤੁਹਾਨੂੰ ਨਜ਼ਰ ਆਉਂਦਾ ਹੈ? 212 ਲੱਖ ਟਨ ਮੇਰਾ ਝੋਨਾ ਹੋਇਆ, 163 ਟਨ ਮੇਰੀ ਕਣਕ ਹੋਈ ਹੈ। ਇਟਸ ਅ ਰਿਕਾਰਡ ਫॉर ਪੰਜਾਬ। ਔਰ ਟੋਟਲ ਅਮਾਊਂਟ ਆਫ ਪੈਸਾ ਜੋ ਕਿਸਾਨੀ ਕੋਲ ਆਇਆ 7500 ਕਰੋੜ ਆਇਆ ਸਾਡੇ ਕੋਲ। ਇਸ 'ਚ ਇਹ ਰਿਕਾਰਡ ਹੈ ਪੰਜਾਬ 'ਚ, ਇਸ ਤੋਂ ਪਹਿਲਾਂ ਬਣੀ। ਤਾਂ ਮੇਰੀ ਤਾਂ ਬਸ ਅਕਾਲ ਪੁਰਖ ਤੇ ਚਲਣਾ ਚਾਹੀਏ ਅਰਦਾਸ ਹੈ ਕਿ ਫਸਲ ਵੱਧਦੀ ਜਾਏ, ਸਾਡੇ ਲੋਕ ਹੋਰ ਤਕੜੇ ਹੁੰਦੇ ਜਾਣ ਔਰ ਫਸਲਾਂ ਨਵੀਆਂ ਆਉਂਦੀਆਂ ਰਹਿੰਦੀਆਂ ਨੇ, ਔਰ ਜੈਸੇ ਨਵੀਆਂ ਆਉਂਦੀਆਂ ਰਹਿੰਦੀਆਂ ਨੇ ਆਮਦਨ ਵੱਧਦੀ ਜਾਂਦੀ ਹੈ। ਇਹੀ ਅਸੀਂ ਚਾਹੁੰਦੇ ਹਾਂ ਆਪਣੇ ਕਿਸਾਨੀ ਵਾਸਤੇ ਐਂਡ ਇੰਡਸਟਰੀ ਵਾਸਤੇ। ਇਹ ਮੈਂ ਕਿਸਾਨੀ ਨਹੀਂ, 40% ਆਫ ਲੋਕ ਤਾਂ ਸਾਡੇ ਇੰਡਸਟਰੀ 'ਤੇ ਨਿਰਭਰ ਨੇ। ਤੁਹਾਡੇ ਲੁਧਿਆਣੇ ਤੁਹਾਨੂੰ ਪਤਾ ਹੈ ਮੇਰੇ 234,000 ਇੰਡਸਟਰੀ ਸੀ,
ਜਦ ਕੋਵਿਡ ਦਾ ਅਸੀਂ ਅਪਲਿਫਟ ਕੀਤਾ ਉਹਦੇ ਜ਼ੀਰੋ ਚੱਲ ਰਹੇ ਸੀ, ਬਾਕੀ 2,34,000 ਚੋਂ ਹੁਣ ਫੇਰ ਉੱਠੇ ਨੇ ਔਰ 2,30,000 ਦੇ ਕਰੀਬ ਯੂਨਿਟ ਫਿਰ ਖੁੱਲ ਗਏ ਔਰ ਮੇਰੀ ਜਿੰਨੀ 16 ਲੱਖ ਮੇਰੀ ਇੰਪਲੋਇਮੈਂਟ ਹੈ ਉਹ ਵੀ ਹੁਣ ਸ਼ੁਰੂ ਹੋ ਗਈ। ਹੁਣ ਜਦ ਤੋਂ ਕਿਸਾਨ ਯੂਨੀਅਨ ਦਾ ਝਗੜਾ ਚੱਲਿਆ 1000 ਯੂਨਿਟ ਬੰਦ ਹੋ ਗਏ ਸੀ ਔਰ 4000 ਨੌਕਰੀਆਂ ਚਲੀ ਗਈਆਂ ਸੀ ਲੋਕਾਂ ਦੀਆਂ। ਉਹ ਵੀ ਕਿਸਾਨਾਂ ਨੂੰ ਸਮਝਦੇ ਨੇ ਕਿ ਇਹ ਗੱਲ ਗਲਤ ਹੋਈ ਹੈ ਔਰ ਉਹ ਚਾਹੁੰਦੇ ਨੇ ਕਿ ਕਿਸੇ ਕੋਈ ਬੇਘਰ ਨਾ ਹੋਵੇ, ਕੋਈ ਬੇ ਨੌਕਰੀ ਤੋਂ ਹਟਾਇਆ ਨਾ ਜਾਏ। ਸੋ ਇਟ ਹੈਜ਼ ਟੂ ਵਰਕ ਐਜ਼ ਅ ਟੀਮ ਐਂਡ ਮੈਂ ਸਮਝਦਾ ਕਿ ਹੁਣ ਕਿਸਾਨੀ ਜ਼ਰੂਰ ਹੱਲ ਕੱਢੇਗੀ, ਬਟ ਇਹਨਾਂ ਤੁਸੀਂ ਵੀ ਕੋਈ ਸਮਝੇ ਕਿ ਬਸ ਜਿਸ ਦਿਨ ਤੁਸੀਂ ਮਿਲੋਗੇ ਉੱਠ ਕੇ ਚਲੇ ਜਾਣਗੇ, ਤੁਹਾਨੂੰ ਸੋਚ ਕੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਪਏਗੀ ਪ੍ਰੋਪਰਲੀ। ਔਰ ਪੰਜਾਬ ਗਵਰਨਮੈਂਟ led by me, I will be happy to take part in any discussion ਜਿਹਦੇ ਨਾਲ ਕੋਈ ਹੱਲ ਨਿਕਲ ਜਾਏ। ਕੈਪਟਨ ਸਾਹਿਬ 551ਵਾਂ ਪਰਵ ਆ ਰਿਹਾ ਗੁਰੂ ਨਾਨਕ ਦੇਵ ਜੀ ਦਾ, ਤੁਹਾਡਾ ਕੀ ਮੈਸੇਜ ਰਹੇਗਾ ਪੰਜਾਬੀਆਂ ਲਈ ਜਿਹੜੇ ਇਸ ਵੇਲੇ ਦਿੱਲੀ ਬੈਠੇ ਹੋਏ ਹੈ, ਪੰਜਾਬ ਵੀ ਬੈਠੇ ਹੋਏ ਇੰਤਜ਼ਾਰ ਕਰ ਰਹੇ ਕਿ ਕੋਈ ਹੀਲਾ ਨਿਕਲੇ, ਕਿਸੇ ਤਰੀਕੇ ਦੀ ਸਾਨੂੰ ਸੋਲੂਸ਼ਨ ਨਜ਼ਰ ਆਏ ਅੱਗੇ? ਉਹ ਤਾਂ ਉਹੀ ਗੱਲ ਕਰਨਗੇ ਜੋ ਮੈਂ ਕਰ ਰਿਹਾ। ਇਹ ਜੋ ਮੈਂ ਤੁਹਾਨੂੰ ਦੱਸਿਆ ਅੱਜ, ਇਹ ਸਾਰੇ ਕਿਸਾਨਾਂ ਦੇ ਮਨ ਦੇ ਵਿੱਚ ਆਹੀ ਗੱਲਾਂ ਨੇ। ਬਸ ਆਪਣੇ ਆਪ ਨੂੰ ਜ਼ਰਾ ਧਿਆਨ ਰੱਖਣ। ਠੰਡ ਬੜੀ ਪੈ ਰਹੀ ਹੈ ਅੱਜ ਕੱਲ੍ਹ, ਮੈਂ ਨਹੀਂ ਚਾਹੁੰਦਾ ਕਿ ਕੋਈ ਬਿਮਾਰ ਹੋ ਜਾਏ ਐਂਡ ਬਸ ਆਪਣਾ ਸੰਭਾਲ ਰੱਖੋ ਆਪਣੀ, ਔਰ ਵਾਹਿਗੁਰੂ ਕਰੇ ਤੁਹਾਡੀ ਮੀਟਿੰਗ ਜਲਦੀ ਹੋ ਜਾਏਗੀ ਗਵਰਨਮੈਂਟ ਨਾਲ, ਮੁਕਾਓ ਇਸ ਗੱਲ ਨੂੰ, ਆਓ ਘਰ ਵਾਪਸ ਔਰ ਆਪਣਾ ਕੰਮ ਸ਼ੁਰੂ ਕਰੋ। ਕੈਪਟਨ ਅਮਰਿੰਦਰ ਸਿੰਘ, ਬਹੁਤ ਬਹੁਤ ਧੰਨਵਾਦ ਤੁਹਾਡਾ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਲਈ।